ਹੈਲੋ ਗਾਇਜ਼, ਜਿਵੇਂ ਕਿ ਆਪਾਂ ਅੱਜ ਸੈਸ਼ਨ ਲੈ ਕੇ ਆ ਰਹੇ ਹਾਂ ਸੈਸ਼ਨ ਨੰਬਰ 2 ਜੋ ਕਿ ਪੇਪਰ 2 ਮੈਥ ਸਾਇੰਸ ਦੇ ਲਈ ਔਰ ਈਟੀਟੀ ਕੈਡਰ ਦੇ ਲਈ ਵੀ ਕਹਿ ਸਕਦੇ ਹਾਂ। ਵੈਸੇ ਮੈਂ ਇਹ ਸਾਇੰਸ ਦਾ ਪੀਵਾਈਕਿਊ ਕਰਾ ਰਹੀ ਹਾਂ, ਪਰ ਇਹ ਈਟੀਟੀ ਕੈਡਰ ਦੇ ਲਈ ਵੀ ਇੰਪੋਰਟੈਂਟ ਕੁਐਸਚਨਸ ਹੀ ਰਹਿਣਗੇ। ਕੱਲ ਆਪਾਂ ਪ੍ਰੀਮੀਅਰ ਆਪਣਾ ਜਿਹੜਾ ਲੱਗਿਆ ਸੀ ਫਸਟ ਦਾ, ਤੇ ਅੱਜ ਆਪਣਾ ਸੈਕਿੰਡ ਸੈਸ਼ਨ ਰਹੇਗਾ। ਕੱਲ ਵਾਲੇ ਸੈਸ਼ਨ ਨੂੰ ਬਹੁਤ ਸਭ ਨੇ ਪਿਆਰ ਦਿੱਤਾ, ਤਾਂ ਇਦਾਂ ਹੀ ਇਸ ਸੈਸ਼ਨਸ ਨੂੰ ਵੀ ਪਿਆਰ ਦਿੰਦੇ ਰਹਿਣਾ। ਤੁਹਾਡੀ ਸਪੋਰਟ ਦੇ ਨਾਲ ਮੈਂ ਹੋਰ ਤੁਹਾਡੇ ਲਈ ਬਹੁਤ ਸਾਰੀਆਂ ਚੀਜ਼ਾਂ ਨਿਊ ਲੈ ਕੇ ਆਵਾਂਗੀ, ਜਿੰਦੇ ਨਾਲ ਤੁਹਾਡੀ ਕੀ ਹੈ ਜੀ ਆਈਕਿਊ ਲੈਵਲ ਜਿਹੜਾ ਕੀ ਹੈ ਐਗਜ਼ਾਮ ਦੇ ਰਿਗਾਰਡਿੰਗ ਤੁਹਾਡਾ ਸਟਰੋਂਗ ਹੋ ਜਾਏਗਾ। ਉਸ ਤੋਂ ਬਾਅਦ ਅੱਜ ਦਾ ਆਪਣਾ ਜਿਹੜਾ ਕੀ ਹੈ ਜੀ ਪਹਿਲਾ ਕੁਐਸਚਨ ਹੋਏਗਾ ਨੈਚੁਰਲ ਰਿਸੋਰਸਿਸ ਦਾ। ਤੁਸੀਂ 2021 ਦੇ ਪੇਪਰ ਦੇ ਵਿੱਚੋਂ ਚੈੱਕ ਕਰੋਗੇ ਕਿ ਕਿਹੜੇ ਚੈਪਟਰ ਚੋਂ ਕਿੰਨੇ ਕੁਐਸਚਨਸ ਆਏ। ਤੁਸੀਂ ਇਸ ਪੇਪਰ ਦਾ ਚੈੱਕ ਕਰਨਾ ਕਿ ਇਸ ਪੇਪਰ 'ਚ ਬਾਇਓ ਈਵੀਐਸ ਬਹੁਤ ਜ਼ਿਆਦਾ ਅਮਾਉਂਟ ਵਿੱਚ ਆ ਰੱਖੀ ਹੈ। ठीक है जी, पहला क्वेश्चन की है नेचुरल रिसोर्सेज ऑन विच मैनकाइंड इज डिपेंडेंट आर नॉट प्रोवाइडेड बाय द सफेयर। ਉਹ ਕੁਦਰਤੀ ਸਰੋਤ ਜਿਨ੍ਹਾਂ ਤੋਂ ਮਨੁੱਖ ਜਾਤੀ ਨਿਰਭਰ ਹੈ, ਉਹ ਕਿਸ ਸਫੇਅਰ ਦੁਆਰਾ ਪ੍ਰਦਾਨ ਨਹੀਂ ਕੀਤੇ। ਤਾਂ ਫਸਟ ਦਾ ਆਨਸਰ ਕਿਹੜਾ ਰਹੇਗਾ ਜੀ? ਸਭ ਨੇ ਮੈਨੂੰ ਜਲਦੀ ਆਨਸਰ ਦੇ ਦੇਣਾ ਹੈ। ਤੁਹਾਨੂੰ ਪ੍ਰੋਪਰ ਸਕਰੀਨ ਹੁਣ ਵਿਜ਼ੀਬਲ ਹੁੰਦੀ ਹੋਏਗੀ। देखो जी, की कहते वो कुदरती स्रोत जिन्हां ते मनुख जाति निर्भर है, वो किस सफेयर द्वारा प्रदान नहीं किए जाते। ਕਿਹੜੀ मतलब नहीं है। देखो एटमोसफेयर ਦੇ ਵਿੱਚ ਆਪਾਂ ਨੂੰ ਹਵਾ ਮਿਲਦੀ ਹੈ, 에ਅਰ ਹੈ, ਆਪਣੇ ਬਹੁਤ ਸਾਰੇ ਪਾਰਟੀਕਲਸ ਇੱਥੇ ਹੈ। ਹਾਈਡਰੋਸਫੇਅਰ ਦੇ ਵਿੱਚ ਵਾਟਰ ਹੈ, ਔਰ ਬਾਇਓਸਫੇਅਰ ਕੀ ਹੈ ਜੀ ਲਿਥੋਸਫੇਅਰ, ਹਾਈਡਰੋਸਫੇਅਰ ਤੇ ਆਪਣਾ ਜਿਹੜਾ ਕੀ ਹੈ ਜੀ ਐਟਮੋਸਫੇਅਰ ਨੂੰ ਮਿਲ ਕੇ ਬਣਦਾ ਹੈ। ਤਾਂ ਆਇਨੋਸਫੇਅਰ ਇੱਕ ਇਹ ਜਿਹਾ ਪਾਰਟ ਹੈ ਜਿੱਥੋਂ ਇਨਸਾਨ ਨੂੰ ਕੀ ਹੈ ਜੀ ਮੈਨਕਾइंड डिपेंडेंट नहीं करता इस सोर्स से, बट इन्हां तीनां ते करता है। तो डी ऑप्शन ये 2021 ਦੇ ਵਿੱਚ ਆਇਆ ਹੋਇਆ ਪੇਪਰ ਹੈ, ਜਿਹੜਾ ਜਿੰਦੇ ਚ ਪਹਿਲਾ ਕੁਐਸਚਨ ਤੁਹਾਡਾ ਆ ਨਿਕਲ ਗਿਆ। ਦੂਸਰਾ ਕੁਐਸਚਨ ਵੀ ਆਪਣਾ ਨੈਚੁਰਲ ਰਿਸੋਰਸਿਸ ਦੇ ਵਿੱਚੋਂ ਹੀ ਆਇਆ ਸੀ। ਜ਼ਮੀਨ ਕਿਸ ਦਾ ਸਭ ਤੋਂ ਮਹੱਤਵਪੂਰਨ स्रोत है। इस क्वेश्चन ਨੂੰ ਚਾਹੇ ਆਪਾਂ ਫਸਟ ਕੁਐਸਚਨ ਨੂੰ ਆਪਾਂ ਚਾਹੇ ਨੈਚੁਰਲ ਰਿਸੋਰਸਿਸ ਚ ਕਵਰ ਕਰ ਲਈਏ, ਚਾਹੇ ਐਟਮੋਸਫੇਅਰ ਚ ਕਰ ਲਈਏ, ਦੋਨੋਂ ਹੀ ਐਕੂਰੇਟ ਹੈ। ਉਸ ਤੋਂ ਬਾਅਦ ਜ਼ਮੀਨ ਕਿਸ ਦਾ ਸਭ ਤੋਂ ਮਹੱਤਵਪੂਰਨ ਸਰੋਤ ਹੈ। लैंड इज द मोस्ट इंपॉर्टेंट रिसोर्सेज ऑफ। फटाफट सेकंड क्वेश्चन का आंसर दो सारे जने। लैंड केड़े स्रोत वास्ते इंपॉर्टेंट है। पहला भोजन उत्पादन लई भी, पशु पालन लई भी इंपॉर्टेंट है, मनुखी वसेवा लई भी जरूरी है। उपरोक्त सारे फूड प्रोडक्शन लई भी जरूरी है, एनिमल हस्बेंड्री मतलब पशु पालन लई भी जरूरी है, इंसान दे सैटलमेंट लई भी जरूरी है। मतलब सारे ही ऑप्शन इहदे विच आएगा। कितना ईजी क्वेश्चन आ रखा है। 2021 का पेपर बहुत ही ईजी क्वेश्चन दे विचों काउंट किया जाता सी। उस तो बाद की है ऑन द बेसिस ऑफ नेचर विच इज नॉट द नैचुरल रिसोर्सेज। कुदरत के आधार अनुसार केड़ा कुदरती स्रोत नहीं है। हाँ जी, इनऑर्गेनिक रिसोर्सेज, मिक्सचर रिसोर्सेज, राष्ट्रीय रिसोर्सेज और नेशनल रिसोर्सेज प्लस ऑर्गेनिक रिसोर्सेज। ऑर्गेनिक ते इनऑर्गेनिक दा की है जी कार्बनिक ते इनकार्बनिक जड़े हुंदे हन, ठीक है, अकार्बनिक, ये दोनों ही अपने नेचुरल रिसोर्सेज दे विच काउंट हुंदे हैं। उन्होंने क्वेश्चन दे स्पेशल मेंशन किया है विच इज नॉट द नेचुरल रिसोर्सेज, है ना, जेडे नेचुरल रिसोर्सेज नहीं है। देखो अकॉर्डिंग टू दैट मिक्सचर रिसोर्सेज च बहुत सारे साधन आ जाएंगे। नैशनल रिसोर्सेज इदां दे रिसोर्सेज हुंदे हन, ਉਹ ਵਾਲੇ ਸਾਧਨ ਜਿਹੜੇ ਕੀ ਹੈ ਜੀ ਕਿਸੇ ਗਵਰਨਮੈਂਟ ਦੇ ਦੁਆਰਾ, ਠੀਕ ਹੈ ਜੀ, ਕਿਸੇ ਅਥਾਰਟੀ ਦੇ ਦੁਆਰਾ ਚਲਾਏ ਜਾਂਦੇ ਹਨ, ਸੈਟਅਪ ਕੀਤੇ ਜਾਂਦੇ ਹਨ, ਤਾਂ ਉਹ ਆਪਣੇ ਨੈਸ਼ਨਲ ਰਿਸੋਰਸਿਸ ਹੁੰਦੇ ਹਨ। ਚਾਹੇ ਜਿਵੇਂ ਰੇਲਵੇ ਦੀ ਗੱਲ ਕਰੀਏ, ਠੀਕ ਹੈ ਜੀ, ਉਸ ਤੋਂ ਬਾਅਦ ਕੀ ਹੈ ਜੀ ਇਹ ਚੀਜ਼ਾਂ ਉਹਦੇ ਵਿੱਚ ਕਾਊਂਟ ਆ ਜਾਂਦੀਆਂ ਹਨ। ਪਬਲਿਕ ਟਰਾਂਸਪੋਰਟ ਜਿਹੜੇ ਵੀ ਰਿਸੋਰਸਿਸ ਹੋਣਗੇ ਉਹ ਇਹਦੇ ਵਿੱਚ ਆ ਜਾਣਗੇ। अगला फोर्थ क्वेश्चन अपना जेड़ा है इकोसिस्टम तो आएगा। देख लो ईवीएस के किन्ने क्वेश्चंस आते हैं, तो आप ईवीएस ही छड़ के चले जाते हैं। बेसिकली ये चीज है। विच ऑफ द फॉलोइंग इज कंसीडर्ड एज एन एक्वेटिक इकोसिस्टम। इन्हां विचों किसनूं जल पर्यावरण प्रणाली मन्निया जाता है। वेटलैंड,
ਆਈਲੈਂਡ, ਫੋਰੈਸਟ ਜਾਂ ਮਾਊਂਟੇਨ? ਜਲਦੀ ਜਲਦੀ ਦੱਸੋ ਕਿਹੜਾ ਰਹੇਗਾ ਇਹਦਾ ਆਂਸਰ। ਜਲਦੀ ਜਲਦੀ ਆਂਸਰ ਦੱਸੋ। ਬਿਲਕੁਲ ਜੀ ਬਿਲਕੁਲ, ਕਿਹੜਾ ਰਹੇਗਾ ਵੈਟਲੈਂਡ, ਐਦਾਂ ਦੀ ਸਰਫੇਸ ਜਿਹੜਾ ਕੀ ਹੈ ਜੀ ਪਾਣੀ ਦੇ ਨਾਲ ਲੈਂਡ ਹੋਏਗਾ, ਜਿਹੜਾ ਪਾਣੀ ਦੇ ਨਾਲ ਵੀ ਕਵਰ ਹੋਏਗਾ, ਦਿਸ ਇਜ਼ ਦਾ ਵੈਟਲੈਂਡ। ਜਿਵੇਂ ਆਪਾਂ ਇੱਕ ਤਰ੍ਹਾਂ ਦੇ ਦਲਦਲ ਨੂੰ ਵੀ ਕਹਿ ਸਕਦੇ ਹਾਂ, ਬਟ ਉਹ ਆਫੀਸ਼ੀਅਲੀ ਨਹੀਂ, ਮਤਲਬ ਇੱਕ ਤਰ੍ਹਾਂ ਦਾ ਇਸ ਤਰੀਕੇ ਦਾ ਏਰੀਆ ਜਿੱਥੇ ਕੀ ਹੈ ਜੀ ਧਰਤੀ ਦੇ ਉੱਤੇ ਪਾਣੀ ਖੜਾ ਹੈ, ਠੀਕ ਹੈ, ਉਹ ਚੀਜ਼ ਹੋ ਜਾਂਦੀ ਹੈ। ਉਸ ਤੋਂ ਬਾਅਦ ਕੀ ਹੈ ਜੀ ਐਟਮੋਸਫੇਅਰ ਦਾ ਅਗਲਾ ਕੁਐਸਚਨ ਆਏਗਾ ਆਪਣੇ ਕੋਲ, ਉਹ ਕੀ ਕਹਿੰਦੇ ਹਨ, ਜਦੋਂ ਅਸਮਾਨ ਵਿੱਚ ਬਿਜਲੀ ਚਮਕਦੀ ਹੈ ਤਾਂ ਸੂਰਜੀ ਧਰਤੀ ਤੇ ਪਰਸਪਰ ਪ੍ਰਭਾਵ ਤੋਂ ਬਿਜਲੀ ਦਾ ਪ੍ਰਵਾਹ ਕਿੱਥੇ ਪੈਦਾ ਹੁੰਦਾ ਹੈ? ਡਿਊਰਿੰਗ lightning in the sky, strong electric current is generated from solar terrestrial interaction in। ਜਲਦੀ ਜਲਦੀ ਆਨਸਰ ਦੱਸ ਦਿਓ ਇਹਦਾ ਕੀ ਆਏਗਾ ਹੁਣ। फिफ्थ क्वेश्चन का आंसर क्या आएगा? देखो इलेक्ट्रिक करंट है, करंट वाला पोर्शन सारा इलेक्ट्रिसिटी वाला करंट वाला अपना मैग्नेटिक इफेक्ट ऑफ इलेक्ट्रिक करंट है ना, ਤਾਂ ਉਹ ਕਹਿੰਦੇ ਹਨ ਕਿ ਜਿਹੜਾ ਜਦੋਂ ਵੀ ਅਸਮਾਨ ਵਿੱਚ ਬਿਜਲੀ ਚਮਕਦੀ ਹੈ ਤਾਂ ਸੂਰਜੀ ਧਰਤੀ ਤੇ ਪਰਸਪਰ ਪ੍ਰਭਾਵ ਤੋਂ ਬਿਜਲੀ ਦਾ ਪ੍ਰਭਾਵ ਕਿੱਥੇ ਪੈਦਾ ਹੁੰਦਾ ਹੈ? ਆਇਨੋਸਫੇਅਰ ਐਂਡ ਟ੍ਰੋਪੋਸਫੇਅਰ, ਆਇਨੋਸਫੇਅਰ ਐਂਡ ਮੈਸੋਸਫੇਅਰ, ਆਇਨੋਸਫੇਅਰ ਐਂਡ ਮੈਗਨੇਟੋਸਫੇਅਰ ਔਰ ਆਇਨੋਸਫੇਅਰ ਐਂਡ ਮੋਨੋਸਫੇਅਰ। ਦੇਖੋ ਜੀ ਬੇਸਿਕਲੀ ਅਗਰ ਆਪਾਂ ਇਹਦੀ ਗੱਲ ਕਰੀਏ ਆਇਨੋਸਫੇਅਰ, ਕਿਉਂਕਿ ਆਇਨੋਸਫੇਅਰ ਦੇ ਅੰਦਰ ਮੈਸੋ ਵੀ ਆ ਜਾਂਦਾ ਹੈ, ਥਰਮੋ ਵੀ ਆ ਜਾਂਦਾ ਤੇ ਐਕਸੋ ਵੀ ਆ ਜਾਂਦਾ ਹੈ, ਔਰ ਮੈਗਨੇਟੋਸਫੇਅਰ ਕਿਉਂ ਕਿਹਾ ਜਾਂਦਾ ਹੈ? ਜਿੱਥੇ ਕੀ ਹੈ ਜੀ ਲਾਈਟਨਿੰਗ ਦਾ ਇਫੈਕਟ ਉੱਥੇ ਪਏਗਾ ਜਿੱਥੇ ਕੀ ਹੈ ਅਟਰੈਕਸ਼ਨਸ ਹੋਣਗੀਆਂ, ਤਾਂ ਆਟੋਮੈਟਿਕਲੀ ਮੈਗਨੇਟ ਇਦਾਂ ਹੀ ਕਰਦਾ ਹੈ ਨਾ, ਤਾਂ ਇਸ ਜਿਹੜੀ ਪਰਤ ਦਾ ਨਾਮ ਆਪਾਂ ਮੈਗਨੇਟੋਸਫੇਅਰ ਤਾਂ ਕਿਹਾ ਜਾਂਦਾ ਹੈ ਮੈਗਨੇਟੋਸਫੇਅਰ, ਕਿਉਂਕਿ ਦੇਖੋ ਮੈਗਨੇਟ ਦੇ ਨਾਲ ਇੰਟਰੈਕਸ਼ਨ ਹੋ ਕੇ ਜਿਹੜਾ ਕੀ ਹੈ ਜੀ ਚੁੰਬਕ ਹੁੰਦਾ ਹੈ ਉਹ ਆਪਦੇ ਵੱਲ ਚੀਜ਼ਾਂ ਨੂੰ ਅਟਰੈਕਟ ਕਰਦਾ, ਚਾਹੇ ਉਹ ਕਰੰਟ ਹੋਵੇ, ਚਾਹੇ ਇਲੈਕਟ੍ਰਿਸਿਟੀ ਹੋਵੇ, ਚਾਹੇ ਕੋਈ ਵੀ ਆਇਰਨ ਦੀਆਂ ਚੀਜ਼ਾਂ ਹੋਣ। ਉਸੇ ਤਰੀਕੇ ਨਾਲ ਲਾਈਟਨਿੰਗ ਵੀ ਇਦਾਂ ਹੀ ਕੀ ਹੈ ਜੀ ਟਕਰਾਉਣ ਦੇ ਨਾਲ ਹੀ ਪੈਦਾ ਹੁੰਦੀ ਹੈ, ਤਾਂ ਆਪਣਾ ਸੀ ਆਪਸ਼ਨ ਸਹੀ ਰਹੇਗਾ। ਸਿਕਸਥ ਕੁਐਸਚਨ ਕੀ ਹੈ ਜੀ? जल्दी जल्दी ਇਹਦਾ आंसर भी दस दो। With the development of human civilization, biosphere turned into human dominated environment, this is termed as। ਉਹ ਕੀ ਕਹਿੰਦੇ ਹਨ, ਮਨੁੱਖੀ ਸਭਿਅਤਾ ਦੇ ਵਿਕਾਸ ਦੇ ਨਾਲ ਬਾਇਓਸਫੀਅਰ ਮਨੁੱਖੀ ਪ੍ਰਧਾਨ ਵਾਤਾਵਰਣ ਵਿੱਚ ਤਬਦੀਲ ਹੋ ਗਿਆ, ਇਸ ਨੂੰ ਕੀ ਕਹਿੰਦੇ ਹਾਂ? ਬਾਇਓਸਫੀਅਰ ਇਹਦੇ ਅੰਦਰ ਸਾਰੇ ਜਿਹੜਾ ਕਿ ਥਲ ਮੰਡਲ, ਜਲ ਮੰਡਲ ਤੇ ਵਾਯੂਮੰਡਲ ਹੁੰਦਾ ਹੈ। ਨੋਸਫੇਅਰ ਉਹ ਚੀਜ਼ ਹੁੰਦੀ ਹੈ, ਨੋਸਫੇਅਰ ਉਹ ਚੀਜ਼ ਹੁੰਦੀ ਹੈ ਜਿੱਥੇ ਜਿਹੜਾ ਕੀ ਹੈ ਜਿਹੜਾ ਇਦਾਂ ਦੀ ਜਗ੍ਹਾ ਜਿੱਥੇ ਉਹ ਸਾਰੀ ਜਿਹੜੀ ਕੀ ਹੈ ਸਥਲ ਇਨਵਾਇਰਮੈਂਟ ਦੇ ਵਿੱਚ ਕੀ ਹੈ ਜੀ ਉਹ ਵਾਲਾ ਇਨਵਾਇਰਮੈਂਟ ਉਹ ਸਾਰਾ ਕੀ ਹੈ ਜਿਹੜਾ ਕੀ ਹੈ ਇਨਸਾਨ ਦੁਆਰਾ ਬਦਲਿਆ ਗਿਆ ਹੋਵੇ, ਉਹਨੂੰ ਆਪਾਂ ਨੋਸਫੇਅਰ ਕਹਿ ਦਿੰਦੇ ਹਾਂ। ਨੋ ਕੀ ਬੋਲ ਦਿੰਦੇ ਆ? ਨੂਸਫੇਅਰ, NOO ਸਫੇਅਰ, ਇਦਾਂ ਦਾ ਸਫੇਅਰ ਜੋ ਇਨਵਾਇਰਮੈਂਟ ਦੇ ਵਿੱਚ ਹੋਵੇ ਤੇ ਪਰ ਉਹ ਇਨਸਾਨ ਦੀ ਗਤੀਵਿਧੀਆਂ ਦੇ ਨਾਲ ਇਨਸਾਨ ਨੇ ਆਪਦੇ ਅਕੋਰਡਿੰਗ ਇਹਨੂੰ ਬਦਲ ਰੱਖਿਆ ਹੋਵੇ, ਉਹਨੂੰ ਨੋਸਫੇਅਰ ਆਪਾਂ ਕਹਿ ਦਿੰਦੇ ਆ। ਲਿਥੋਸਫੇਅਰ ਥਲ ਮੰਡਲ ਹੋ ਗਿਆ, ਠੀਕ ਹੈ। ਮੈਸੋਸਫੇਅਰ ਆਪਣਾ ਕੀ ਹੈ ਜੀ ਮੱਧ ਮੰਡਲ ਹੈ। ਇਹ ਵੈਸੇ ਵੀ ਸਾਰੀਆਂ ਆਪਣੀਆਂ ਪਰਤਾਂ ਨੇ। ਉਸ ਤੋਂ ਬਾਅਦ ਅਗਲਾ ਕੁਐਸਚਨ ਕੀ ਹੈ? ਮੈਗਨੈਟਿਕ ਇਫੈਕਟ ਆਫ ਇਲੈਕਟ੍ਰਿਕ ਕਰੰਟ ਤੋਂ ਆਇਆ ਹੈ, ਠੀਕ ਹੈ ਜੀ। ਤਾਂ 7th ਕੁਐਸਚਨ ਕੀ ਕਹਿੰਦਾ ਪਿਆ ਹੈ? ਇੱਕ ਕੰਪਸ ਸੂਈ ਉਦੋਂ ਵਿਗਨ ਦਾ ਸ਼ਿਕਾਰ ਹੁੰਦੀ ਹੈ ਜਦੋਂ ਇੱਕ ਤਾਰ ਦੇ ਕੋਲ ਰੱਖੀ ਜਾਂਦੀ ਹੈ ਜੋ ਬਿਜਲੀ ਦਾ ਕਰੰਟ ਲੈ ਕੇ ਜਾਂਦੀ ਹੈ, ਇਹ ਵਰਤਾਰਾ ਕਿਸ ਦਾ ਸਬੂਤ ਦਿੰਦਾ ਹੈ? ਮੈਨੂੰ ਆਨਸਰ ਦੇ ਦਿਓ ਸਾਰੇ ਜਾਣੇ। ਏਦਾਂ 10-10 ਕੁਐਸਚਨ ਕਰਕੇ ਤੁਹਾਡੀ ਬਹੁਤ ਵਧੀਆ ਤਰੀਕੇ ਨਾਲ ਤਿਆਰੀ ਹੋ ਜਾਏਗੀ।
एंड मैं थोड़ा तुहानू एक्सप्लेन कर दिंदी हां। देखो एक तरह का एक आ की है जी कंपस नीडल बना दिता, लेट एग्जाम्पल इस तरीके का कंपस नीडल बना दिता, जदों भी की है जी मैगनैटिक लाइन कुछ इस तरीके नाल की है जी इहदे नाल रिप्रजेंट करनगियां, ठीक है, उदों की होएगा, आ चीज है। चलो दसो। हाँ जी की होएगा? पहला की है गति ते इलैक्ट्रिक वर्तारे दे विचकार संबंध, कनैक्शन बिटवीन काइनेटिक एंड इलैक्ट्रिकल फिनोमिना, कनैक्शन बिटवीन बायोटिक एंड अबायोटिक नॉन बायोटिक फिनोमिना। इत्थे जैविक ते अजैविक फिनोमिना केड़ा होई जांदा है, तां आ चीज तां गलत होगी, बिल्कुल भी आ भी गलत होगी। उस तो बाद की है जी इलैक्ट्रिक ते, क्योंकि जदों भी इस वायर दे विच करंट पास किया गया तो ऑटोमैटिकली इलैक्ट्रिक करंट पास किया गया ते ओ मैगनेट की है जी आपदे वाले इन्हां चीज़ां नूं जिहड़ा भी इत्थे बैटरी लगी होएगी वो करंट नूं पास करेगी, तो ये सारा कनैक्शन की शो करता है इलैक्ट्रिक एंड मैगनैटिक फिनोमेना दा। की करता है जी शो इलैक्ट्रिक ते मैगनैटिक फिनोमेना। तो 7th क्वेश्चन का आंसर दा होएगा डी ऑप्शन। 8वां क्वेश्चन ये भी मैगनैटिक दे विचों आया और ये पीएसटेट 1 दे अंदर भी आया होया क्वेश्चन। चलो जी दसो, मैगनैटिक फील्ड लाइन्स अवे फ्रॉम कित्थों जांदियां हन? चुंबकी खेतर दीयां लाइनां हमेशा की बनांदियां हन? मतलब पीएसटेट च इदां दा क्वेश्चन आया, ये नहीं हैगा सेम टू सेम आया है, थोड़ा जा अलग आया होया है बट आया होया। देखो जिहड़ियां भी मैगनैटिक लाइन्स बनानगियां, देखो नॉर्थ टू साउथ मूव कर रही हैं, की कर रही हैं? नॉर्थ टू साउथ, नॉर्थ टू साउथ, नॉर्थ टू साउथ। उस तरीके नाल इधर देखो नॉर्थ टू साउथ, नॉर्थ टू साउथ। जदों इधर भी गईयां तो ऑटोमैटिकली नॉर्थ टू साउथ, नॉर्थ टू साउथ, नॉर्थ टू साउथ। जिहड़ियां इधर भी जाणगियां फिर इत्थे साउथ नॉर्थ जिहड़ियां कि वापस आ जाणगियां। तो ये किहड़ा लूप बना रही ने? बंद कर रही हन। ये की बना रही ने? क्लोज्ड लूप बना रही ने। की बना रही ने? क्लोज लूप। पॉजिटिव चार्ज लाइन एंड नेगेटिव चार्ज लाइन नहीं, कुछ भी इदां दा कंसैप्ट नहीं है। हाँ जी, इत्थे तक क्लीयर हो गया होना सारिਆਂ ਨੂੰ? क्लोज लूप बेसिकली की हुंदा है, इदां दा इलैक्ट्रॉनिक या मैकेनिकल डिवाइस है ਜਿਹੜਾ ਕੀ ਹੈ ਜੀ ਇੱਕ ਸੈਟ ਪੁਆਇੰਟ ਤੇ ਹੀ ਇੰਟਰੈਕਸ਼ਨ ਕਰੇ। ਇੱਥੋਂ ਘੁੰਮਦੀਆਂ ਲੂਪਸ, ਜਿਵੇਂ ਆਪਾਂ ਹੁਣੇ ਪੜਿਆ ਕਰੰਟ ਇਦਾਂ ਦਾ ਘੁੰਮ ਹੀ ਜਾਂਦਾ ਹੈ, ਠੀਕ ਹੈ, ਉਸੇ ਤਰੀਕੇ ਨਾਲ ਸੈਟ ਇੰਟਰੈਕਸ਼ਨ ਦੇ ਵਿੱਚ ਘੁੰਮਦੀਆਂ ਰਹਿਣ। अगला क्वेश्चन है सोर्सेज ऑफ एनर्जी, बहुत इंपॉर्टेंट पोर्शन है ये भी सोर्सेज ऑफ एनर्जी वाले चैप्टर चो भी। वुड की है, लकड़ा की है जी, लकड़ की है सॉरी। रिन्यूएबल रिसोर्सेज नवीनयोग साधन, नॉन रिन्यूएबल रिसोर्सेज मतलब गैर नवीनयोग साधन, जल स्रोत मतलब पानी का साधन, और राष्ट्रीय स्रोत मतलब नैशनल रिसोर्सेज। रिन्यूएबल सोर्सेज वो सोर्सेज होंगे हैं जिहड़े अनलिमिटेड हैं, जिहड़े खत्म होने का डर नहीं हैगा बेसिकली, ठीक है डियर। तो मैंने फटाफट इनका आंसर दस दो सारे जाने। और नॉन रिन्यूएबल रिसोर्सेज वो वाले होंगे हैं जिहड़े की है जी, जिहड़े की है जी बहुत थोड़े टाइम लई हैगे, मतलब कदे ना कदे खत्म हो जाएंगे और इन्हां नूं बनन ते मिलियन ऑफ ईयर्स लगणगे। वाटर रिसोर्सेज किहड़े? पानी दे साधन। नैशनल रिसोर्सेज मैं तुहानूं पिछे दस ही चुकी हाँ। तो इनका आंसर मैनूं सारे जाने दस दो। हाँ जी बिल्कुल जी बिल्कुल। वुड की है एक तरह का रिन्यूएबल रिसोर्सेज मन्निया जाता है। वुड की है एक तरह का रिन्यूएबल रिसोर्सेज मन्निया जाता है, बिल्कुल। लास्ट क्वेश्चन वो है इंट्रोडक्शन ऑफ इन्वायरमेंट का, ठीक है ना, इंट्रोडक्शन टू इन्वायरमेंट द इन्वायरमेंट एथिक्स डील विद द इशू रिलेटेड टू। इन्वायरमेंट आपां नूं की सिखांदा है? वातावरण नैतिकता किहड़े मुद्दियां नाल नजीठदा है? इन्वायरमेंट एथिक्स डील विद द इशूज रिलेटेड टू। ਅਸੀਂ स्त्रोतां ਨੂੰ ਪ੍ਰਦੂਸ਼ਿਤ ਕਰਨ ਵਿੱਚ ਕਿਵੇਂ ਮਦਦ ਕਰਦੇ ਹਾਂ? ਇਹ ਨਹੀਂ ਜੀ ਦੱਸਦਾ। ਇਹ ਮਤਲਬ ਅਗਰ ਇਸ਼ੂਜ਼ ਦੀ ਗੱਲ ਕੀਤੀ ਹੈ, ਪੁਆਇੰਟ ਹੁੰਦਾ ਨਾ ਕੋਈ ਦੂਸਰਾ ਹੁੰਦਾ ਫਿਰ ਆਪਾਂ ਮੰਨਦੇ, ਬਟ ਇਹਨਾਂ ਨੇ ਇਸ਼ੂ ਕਿਹਾ ਹੈ। ਹਾਊ ਵੀ ਹੈਲਪ ਟੂ ਮੇਕ ਰਿਸੋਰਸਿਸ, ਅਸੀਂ स्त्रोत ਬਣਾਉਣ ਵਿੱਚ ਕਿਵੇਂ ਮਦਦ ਕਰਦੇ ਹਾਂ?
ਇਹ ਵੀ ਨਹੀਂ ਹੋ ਸਕਦਾ। ਬੇਸਿਕਲੀ ਅਸੀਂ ਸਤੋਤਾਂ ਨੂੰ ਨਸ਼ਟ ਕਰਨ ਵਿੱਚ ਕਿਵੇਂ ਸਹਾਇਤਾ ਕਰਦੇ ਹਾਂ, ਇਸ਼ੂਜ਼ ਨਹੀਂ ਕਾਊਂਟ ਕਰ ਸਕਦੇ, ਅਸੀਂ ਸਤੋਤਾਂ ਦੀ ਵਰਤੋਂ ਤੇ ਵੰਡ ਕਿਵੇਂ ਕਰਦੇ ਹਾਂ। ਤਾਂ ਮੈਨੂੰ ਇਹਦਾ ਆਨਸਰ ਦੱਸ ਦਿਓ ਸਾਰੇ ਜਾਣੇ, ਕੀ ਰਹੇਗਾ ਫਟਾਫਟ। ਬਿਲਕੁਲ ਜੀ, ਬਿਲਕੁਲ ਬਿਲकुल, ਜਿਨ੍ਹਾਂ ਦਾ ਆਨਸਰ ਵੀ ਕੀ ਹੈ ਜੀ, ਡੀ ਆਪਸ਼ਨ ਆ ਰਿਹਾ ਸਹੀ, ਕਿ এনवायरमेंट ਆਪਾਂ ਨੂੰ ਕੀ ਹੈ ਜੀ, ਕਿਸੇ ਵੀ ਜਿਹੜਾ ਸਤੋਤ ਹੈ ਉਹਦੀ ਵਰਤੋਂ ਕਿਵੇਂ ਕਰਨੀ ਹੈ ਔਰ ਉਹਦੀ ਕੀ ਵੰਡ ਕਿਵੇਂ ਕਰਨੀ ਹੈ, ਇਹ ਜ਼ਰੂਰ ਸਿਖਾਉਂਦਾ ਹੈ ਜੀ। ਤਾਂ ਅੱਜ ਦੇ 15 ਕੁਐਸਚਨ ਕੁਝ ਇਸ ਤਰੀਕੇ ਦੇ ਸੀ, ਔਰ ਇਸ ਤੋਂ ਬਾਅਦ ਟੈਲੀਗ੍ਰਾਮ ਚੈਨਲ ਨੂੰ ਜੁਆਇਨ ਕਰਨਾ ਨਾ ਭੁੱਲਣਾ, ਉਹਦਾ ਜਿਹੜਾ ਲਿੰਕ ਹੈ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਹੀ ਤੁਹਾਨੂੰ ਮਿਲ ਜਾਏਗਾ, ਤੁਸੀਂ ਚੈੱਕ ਕਰ ਸਕਦੇ ਹੋ। ਤਾਂ ਨੈਕਸਟ ਸੈਸ਼ਨ ਚ ਮਿਲਦੀ ਹਾਂ। ਅੱਜ ਆਪਾਂ 2021 ਦੇ ਜਿਹੜੇ ਵੀ ਨਾਰਮਲ ਜਿਹੜੇ ਕੀ ਹੈ ਕਨਸੈਪਚੁਅਲ ਬੇਸਡ ਕੁਐਸਚਨ ਉਹ ਕਰ ਚੁੱਕੇ ਹਾਂ, ਪੈਡਾਗੋਜੀ ਵਾਲੇ ਕੁਐਸਚਨ ਪੈਂਡਿੰਗ ਹੈ, ਉਹ ਤੁਹਾਨੂੰ ਸਰ ਕਰਵਾਉਣਗੇ, ਅਨਮੋਲ ਸਰ ਕਰਵਾਉਣਗੇ। ਐਂਡ ਰਿਗਾਰਡਿੰਗ ਜੋ ਵੀ ਕੋਈ ਡਾਊਟ ਹੋਏ ਇਸ ਵੀਡੀਓ ਦੇ ਕਮੈਂਟ ਸੈਕਸ਼ਨ ਦੇ ਵਿੱਚ ਕਵਰ ਕਰਾਂਗੇ। ਉਸ ਤੋਂ ਬਾਅਦ ਹੁਣ ਮੈਂ 2020 ਵਾਲਾ ਪੇਪਰ ਕਰਾਵਾਂਗੀ, ਇਹ ਮੇਰਾ 2021 ਵਾਲਾ ਪੇਪਰ ਖਤਮ ਹੋ ਚੁੱਕਿਆ ਹੈ। ਤਾਂ ਬਹੁਤ ਵਧੀਆ ਤਰੀਕੇ ਨਾਲ ਇੱਕ ਇੱਕ ਚੀਜ਼ਾਂ ਮੈਂ ਤੁਹਾਨੂੰ ਇੱਥੇ ਕਵਰ ਕਰਾਵਾਂਗੀ। ਬਹੁਤ ਕੁਝ ਹੋਰ ਵੀ ਸੋਚਿਆ ਹੋਇਆ, 5:30 ਵਜੇ ਲੈਕਚਰ ਨੂੰ ਲਗਾਉਣਾ ਨਾ ਭੁੱਲਿਓ। ਥੈਂਕ ਯੂ ਜੀ, ਬਾਏ, ਟੇਕ ਕੇਅਰ।